ਇਸ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਹਨ। ਮਾਧਵੇ ਜਾਨਤ ਹੋ ਜੈਸੀ ਤੈਸੀ, ਅਬ ਕਹਾ ਕਰੋਗੇ ਐਸੀ। ਤੁਸੀਂ ਜਾਣਦੇ ਹੋ ਇਸ ਪ੍ਰੀਤ ਨੂੰ ਤੇ ਉਸ ਪ੍ਰੀਤ ਨੂੰ, ਐਸੀ ਤੇ ਵੈਸੀ। ਪਰ ਇੱਕ ਤੀਸਰੇ ਤਰ੍ਹਾਂ ਦੀ ਵੀ ਪ੍ਰੀਤ ਹੈ। ਉਹ ਕਿਹੜੀ ਹੈ? ਥੱਲੇ ਇੱਕ ਬੜਾ ਸੁੰਦਰ ਪ੍ਰਮਾਣ ਦੇ ਕੇ ਕਹਿ ਰਹੇ ਹਨ। ਮੀਨ ਪਕਰ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁਬਾਨੀ। ਖੰਡ ਖੰਡ ਕਰ ਭੋਜਨ ਕੀਨੋ, ਤਉ ਨ ਬਿਸਰਿਓ ਪਾਨੀ। ਕਹਿੰਦੇ ਮੱਛੀ ਨੂੰ ਮਛਵਾਰੇ ਨੇ ਫੜਿਆ, ਫੜ ਕੇ ਘਰੇ ਲੈ ਕੇ ਆਇਆ ਤੇ ਉਹਦੀ ਘਰਵਾਲੀ ਨੇ ਟੁਕੜੇ ਟੁਕੜੇ ਕਰਕੇ, ਛੋਟੇ ਛੋਟੇ ਪੀਸ ਕਰਕੇ ਉਹਨੂੰ ਪਤੀਲੇ 'ਚ ਪਾ ਕੇ ਰਿੰਨ੍ਹਿਆ। ਤੇ ਜਦੋਂ ਉਹ ਰਿੱਝ ਗਿਆ, ਪੱਕ ਗਿਆ, ਫਿਰ ਖਾਧਾ। ਪਰ ਕਮਾਲ ਦੀ ਗੱਲ ਤੇ ਇਹ ਹੈ ਵੀ ਉਹ ਮੱਛੀ ਨੂੰ ਅਜੇ ਵੀ ਪਾਣੀ ਨਹੀਂ ਵਿਸਰਿਆ ਹੈ, ਉਹਦੇ ਪੇਟ 'ਚ ਜਾ ਕੇ ਵੀ ਪਾਣੀ ਹੀ ਮੰਗਦੀ ਹੈ। ਦੇਖੋ ਤੁਸੀਂ, ਕੈਸੀ ਪ੍ਰੀਤ ਹੈ ਪਾਣੀ ਦੇ ਨਾਲ। ਜਿਹੜਾ ਮੱਛੀ ਖਾਂਦਾ ਹੈ ਨਾ, ਉਹਨੂੰ ਪਤਾ ਹੈ ਵੀ ਮੱਛੀ ਖਾਣ ਤੋਂ ਬਾਅਦ ਪਿਆਸ ਬਹੁਤ ਲੱਗਦੀ ਹੈ। ਤੇ ਉਹ ਇਹ ਗੱਲ ਕਹਿ ਰਹੇ ਹਨ ਇੱਥੇ ਪ੍ਰਭੂ ਦੇ ਪਿਆਰੇ, ਵੀ ਉਹ ਮੱਛੀ ਨੂੰ ਅਜੇ ਵੀ ਪਾਣੀ ਨਹੀਂ ਵਿਸਰਿਆ ਹੈ, ਉਹਦੇ ਪੇਟ 'ਚ ਚਲੇ ਗਈ ਹੈ। ਪਹਿਲਾਂ ਤੇ ਟੁਕੜੇ ਟੁਕੜੇ ਕੀਤਾ, ਫਿਰ ਰਿੰਨ ਵੀ ਲਿਆ, ਦੇਖੋ ਖਾ ਵੀ ਲਿਆ, ਤੇ ਉਹਦੇ ਅੰਦਰ ਜਾ ਕੇ ਵੀ ਪਾਣੀ ਦੀ ਹੀ ਪੁਕਾਰ ਕਰਦੀ, ਪਾਣੀ ਹੀ ਮੰਗਦੀ। ਉਹੋ ਹੀ ਮੰਗਦੀ ਹੋਵੇਗੀ ਤਦੇ ਪਿਆਸ ਲੱਗਦੀ ਹੈ ਨਾ ਖਾਣ ਵਾਲੇ। ਕਹਿੰਦੇ ਐਸੀ ਪ੍ਰੀਤ ਵੀ ਹੁੰਦੀ, ਐਸੀ ਹੀ ਹੁੰਦੀ ਹੈ ਭਗਤ ਦੀ ਪ੍ਰਮਾਤਮਾ ਨਾਲ। ਤੇ ਐਸੀ ਹੀ ਪ੍ਰੀਤ ਛਡਾਉਂਦੀ ਹੈ ਸੰਸਾਰ 'ਚੋਂ। ਸੰਸਾਰ ਦੇ ਮੋਹ ਤੋਂ ਇਹੋ ਹੀ ਪ੍ਰੀਤ ਤੁਹਾਨੂੰ ਛੁਡਾ ਵੀ ਸਕਦੀ ਹੈ। ਕਿਉਂਕਿ ਸੰਸਾਰੀ ਮੋਹ ਤੇ ਸਰੀਰ ਦੇ ਤਲ ਤੇ ਹੀ ਹੁੰਦਾ ਹੈ ਨਾ। ਜਿੰਨਾ ਚਿਰ ਸਰੀਰ ਜੀਂਦਾ ਹੈ ਉਹਨਾਂ ਚਿਰ ਤੁਸੀਂ ਕਰ ਸਕਦੇ ਹੋ ਸੰਸਾਰਿਕ ਪ੍ਰੀਤ। ਹੁਣ ਜਦੋਂ ਕੋਈ ਮਾਰ ਦਿੰਦਾ ਹੈ ਕਿਸੇ ਨੂੰ, ਬਾਅਦ 'ਚ ਥੋੜ੍ਹੀ ਪ੍ਰੀਤ ਹੁੰਦੀ। ਇਸ ਕਰਕੇ ਤੁਸੀਂ ਜੀਂਦੇ ਜੀ ਹੀ ਨਿਭਾਉਂਦੇ ਰਹਿੰਦੇ ਹੋ। ਮਰਨ ਤੋਂ ਬਾਅਦ ਤੇ ਭੁੱਲ ਜਾਂਦਾ ਹੈ ਆਦਮੀ। ਅਗਲੇ ਜਨਮ ਥੋੜ੍ਹੀ ਯਾਦ ਰਹਿੰਦਾ ਸੀ ਮੈਂ ਫਲਾਣੇ ਨੂੰ ਪ੍ਰੀਤ ਕਰਦਾ ਸੀ ਜਾਂ ਕਰਦੀ ਸੀ। ਜਾਂ ਅਗਲੇ ਜਨਮ ਦੇ ਵਿੱਚ ਫਿਰ ਅਗਲੀ ਸਮਿਰਤੀ ਜਦੋਂ ਪੈਦਾ ਹੁੰਦੀ ਹੈ ਉਦੋਂ ਪਿਛਲੀ ਭੁੱਲ ਜਾਂਦੀ। ਉਹ ਤੇ ਕਦੇ ਕਦੇ ਦੁਰਘਟਨਾ ਹੁੰਦੀ, ਜ਼ਿਆਦਾਤਰ ਤੇ ਭੁੱਲ ਹੀ ਜਾਂਦੀ ਹੈ ਨਾ, ਤੋ ਪ੍ਰੀਤ ਯਾਦ ਨਹੀਂ ਰਹਿੰਦੀ। ਪਰ ਜਿਹੜੀ ਪ੍ਰਭੂ ਪ੍ਰੀਤ ਹੈ ਉਹ ਤੇ ਸਰੀਰ ਦੇ ਤੁਸੀਂ ਟੁਕੜੇ ਟੁਕੜੇ ਵੀ ਕਰਦੇ ਹੋ ਤਾਂ ਵੀ ਭੁੱਲਦਾ ਨਹੀਂ ਹੈ। ਇਵੇਂ ਹੀ ਗੁਰੂ ਦੇ ਪਿਆਰਿਆਂ ਨੂੰ ਗੁਰੂ ਭੁੱਲਦਾ ਨਹੀਂ ਹੈ। ਕਿਉਂਕਿ ਗੁਰੂ ਦੇ ਨਾਲ ਇੰਨੀ ਪ੍ਰੀਤ ਹੋਵੇਗੀ ਤਾਂ ਹੀ ਸੰਸਾਰ ਦਾ ਮੋਹ ਟੁੱਟੇਗਾ। ਇਹ ਗੱਲ ਖਿਆਲ ਵਿੱਚ ਰੱਖਿਓ। ਕਹਿੰਦੇ ਹਨ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਿਹੜੇ ਸਿੱਖ ਗਏ ਸਨ ਉਹ ਐਸੇ ਹੀ ਪ੍ਰੀਤ ਕਰਦੇ ਸਨ, ਕਰਦੇ ਹੀ ਹੋਣਗੇ, ਇਸੇ ਕਰਕੇ ਮਰਨ ਨੂੰ ਵੀ ਤਿਆਰ ਹੋ ਗਏ। ਦੇਖੋ ਗੁਰੂ ਵਾਸਤੇ
ਸੀਸ ਕਟਾਉਣ ਨੂੰ ਤਿਆਰ ਹੋ ਗਈ, ਆਰੇ ਤੇ ਚੜ੍ਹਨ ਨੂੰ ਤਿਆਰ ਹੋ ਗਈ। ਤੇ ਆਰੇ ਦੇ ਨਾਲ ਕਹਿੰਦੇ ਕੱਟੇ ਵੀ ਗਏ। ਤੇ ਫਿਰ ਵੀ ਇੱਕ ਪ੍ਰਤੀਕ ਹੈ ਵੀ ਉਹਨਾਂ ਦੇ ਅੰਦਰੋਂ ਫਿਰ ਵੀ ਗੁਰੂ ਦੀ ਹੀ ਆਵਾਜ਼ ਆਉਂਦੀ ਰਹੀ। ਟੁਕੜੇ ਟੁਕੜੇ ਵੀ ਕਰ ਦਿਓ ਜਿਹਨੂੰ ਗੁਰੂ ਦੇ ਨਾਲ ਪ੍ਰੀਤ ਹੈ। ਜਿਵੇਂ ਮੱਛੀ ਜਲ ਦੇ ਨਾਲ ਪ੍ਰੀਤ ਹੈ, ਤੇ ਟੁਕੜੇ ਟੁਕੜੇ ਕਰ ਤਾਂ ਖਾ ਵੀ ਲਿਆ ਤਾਂ ਵੀ ਵੇਖ ਲਓ ਭੁੱਲਦੀ ਨਹੀਂ। ਇੱਦਾਂ ਹੀ ਗੁਰੂ ਦਾ ਸਿੱਖ ਉਹ ਪ੍ਰੀਤ ਵਾਸਤਵਿਕ ਹੈ, ਉਹਦੇ ਦੁਆਰਾ ਹੀ ਸੰਸਾਰ ਨਾਲੋਂ ਮੋਹ ਟੁੱਟਦਾ ਹੈ, ਨਹੀਂ ਤੇ ਨਹੀਂ ਟੁੱਟਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਅਗਰ ਪ੍ਰੀਤ ਓਪਰੀ ਰਹਿ ਗਈ ਨਾ ਤੇ ਫਿਰ ਨਹੀਂ ਟੁੱਟੇਗਾ, ਬਾਹਰੀ ਰਹਿ ਗਈ। ਕਈ ਬਾਹਰੀ ਸੰਬੰਧ ਬਣਾ ਲੈਂਦੇ ਹਨ। ਸਾਧੂ ਮਹਾਤਮਾ ਦੇ ਨਾਲ ਵੀ ਲੋਕਾਂ ਦਾ ਬਾਹਰੋਂ ਹੀ ਸੰਬੰਧ ਹੁੰਦਾ ਹੈ, ਉਹ ਵੀ ਕੋਈ ਨਾ ਕੋਈ ਰਿਸ਼ਤੇਦਾਰੀ ਹੀ ਬਣਾ ਲੈਂਦੇ ਹਨ ਉਹਨਾਂ ਨਾਲ, ਤੇ ਸਾਧੂ ਮਹਾਤਮਾ ਰਿਸ਼ਤੇਦਾਰੀਆਂ ਨਿਭਾ ਰਹੇ ਹਨ। ਆਹ ਹੇਠਲੀਆਂ ਪੰਕਤੀਆਂ ਦੇ ਵਿੱਚ ਇਹੋ ਲਿਖਿਆ ਹੈ ਨਾ, ਆਪਨ ਬਾਪੈ ਨਾਹੀਂ ਕਿਸੀ ਕੋ ਭਾਵਨ ਕੋ ਹਰ ਰਾਜਾ, ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਕਹਿੰਦੇ ਹਨ ਵੀ ਕਿਸੇ ਦੀ ਜੱਦੀ ਜਾਇਦਾਦ ਨਹੀਂ ਹੈ ਪਰਮਾਤਮਾ, ਜਿਵੇਂ ਪੇ ਹੁੰਦਾ ਹੈ। ਪਰਮਾਤਮਾ ਕਿਸੇ ਦਾ ਪੇ ਨਹੀਂ ਹੈ। ਤੇ ਜਿਵੇਂ ਤੁਸੀਂ ਮਾਂ ਪੇ ਨਾਲ ਬਾਹਰ ਪ੍ਰੀਤ ਲਾ ਲੈਂਦੇ ਹੋ, ਪੁੱਤਾਂ ਧੀਆਂ ਨਾਲ ਲਾ ਲੈਂਦੇ ਹੋ, ਵੈਸੀ ਪਰਮਾਤਮਾ ਦੇ ਨਾਲ ਲਾਈ ਤੇ ਫਿਰ ਥੋੜ੍ਹੀ ਹੋਣੀ ਹੈ। ਇਹ ਤੇ ਝੂਠੀ ਹੈ ਬਾਹਰਲੀ। ਅਗਰ ਇੱਦਾਂ ਹੀ ਗੁਰੂ ਦੇ ਨਾਲ ਲਾ ਲੇ ਪ੍ਰੀਤ, ਜਿੱਦਾਂ ਤੁਸੀਂ ਸੰਸਾਰਿਕ ਜੀਵਾਂ ਦੇ ਨਾਲ ਲਾ ਰਹੇ ਹੋ, ਤੇ ਫਿਰ ਤੇ ਇੱਥੇ ਨਹੀਂ ਨਿਭਦੀ ਹੈ, ਅੱਗੇ ਕਿਵੇਂ ਜਾਵੇਗੀ? ਇਹ ਤੇ ਝੂਠੀ ਹੈ ਨਾ। ਉਹਦਾ ਪ੍ਰਮਾਣ ਜ਼ਰੂਰ ਦਿੱਤੇ ਹਨ। ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਂ ਤਾਂ ਤੂੰ ਹੈ। ਗਹਿਰਾਈ ਦੇ ਵਿੱਚ ਪ੍ਰੀਤ ਹੋਵੇ। ਤੇ ਜੋ ਬਾਹਰ ਰਿਸ਼ਤੇਦਾਰੀਆਂ ਹਨ, ਇਹਨਾਂ ਨਾਲ ਮੋਹ ਹੈ, ਵੈਸਾ ਮੋਹ ਪ੍ਰਮਾਤਮਾ ਨਾਲ ਥੋੜ੍ਹੀ ਪਵੇਗਾ, ਨਾ ਗੁਰੂ ਨਾਲ ਪਵੇਗਾ। ਫਿਰ ਟੁੱਟੇਗਾ ਕਿਵੇਂ? ਜੇ ਬਾਹਰੋਂ ਹੀ ਤੁਹਾਡਾ ਮੋਹ ਪੈ ਗਿਆ, ਸਰੀਰਕ ਤਲ ਤੇ ਤੁਸੀਂ ਕੋਈ ਰਿਸ਼ਤੇਦਾਰੀ ਬਣਾ ਲਈ, ਕਈ ਬਣਾ ਲੈਂਦੇ ਹਨ। ਕਈ ਮਾਈਆਂ ਬਜ਼ੁਰਗ ਹਨ, ਉਹ ਬੇਟਾ ਬਣਾ ਲੈਂਦੀਆਂ ਹਨ, ਪੁੱਤ ਪੁੱਤ ਕਹਿਣਾ ਸ਼ੁਰੂ ਕਰ ਦਿੰਦੀਆਂ ਹਨ। ਕਈ ਹੋਰ ਢੰਗ ਦਾ ਸੰਬੰਧ ਬਣਾ ਲੈਂਦੇ ਹਨ। ਕਿਸੇ ਨੇ ਭਰਾ ਦਾ ਬਣਾ ਲਿਆ, ਪਿਤਾ ਦਾ ਬਣਾ ਲਿਆ, ਪੁੱਤਰ ਦਾ ਬਣਾ ਲਿਆ। ਇਹ ਸੰਬੰਧ ਸਾਰੇ ਸੰਸਾਰਿਕ ਹਨ ਤੇ ਬਾਹਰੀ ਹਨ। ਹਾਂ, ਸ਼ੁਰੂਆਤ ਤੇ ਇਹਨਾਂ ਤੋਂ ਹੋ ਸਕਦੀ ਹੈ, ਪਰ ਇਹਨਾਂ ਤੋਂ ਗਹਿਰੇ ਜਾਣਾ ਹੈ। ਇਹੋ ਕਹਿ ਰਹੇ ਨਾ, ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਕਹਿੰਦੇ ਮੋਹ ਦੇ ਪਰਦੇ ਦੇ ਵਿੱਚ ਸਾਰਾ ਹੀ ਜਗਤ ਫਸਿਆ ਹੋਇਆ ਹੈ, ਮੋਹ ਦੇ ਜਾਲ ਵਿੱਚ, ਤੇ ਦੁੱਖ ਪਾ ਰਿਹਾ ਹੈ। ਦੁੱਖ ਹੀ ਪਾ ਰਿਹਾ ਹੈ ਨਾ। ਤੇ ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਪਹਿਲੀ ਗੱਲ ਤੇ ਸੰਸਾਰਿਕ ਜਿਹੜਾ ਮੋਹ ਹੈ ਨਾ ਤੁਹਾਡਾ, ਇਹ ਬਹੁਤ ਗਹਿਰਾ ਹੈ। ਕਈ ਸੋਚ ਲੈਂਦੇ ਹਨ, ਪੁਰਾਣੀ ਪ੍ਰੇਮੀ ਕਹਿੰਦੇ ਵੀ ਹਨ ਵੀ ਸਾਨੂੰ ਤੇ ਨਾ ਬੱਚਿਆਂ ਦਾ ਫੋਨ ਆਉਂਦਾ ਹੈ ਕੋਈ, ਨਾ ਅਸੀਂ ਕਰਦੇ ਹਾਂ, ਸਾਨੂੰ ਤੇ ਬਹੁਤਾ ਮੋਹ ਨਹੀਂ ਹੈ। ਪਰ ਖਿਆਲ ਰੱਖਿਓ, ਅਗਰ ਕੋਈ ਦੁਰਘਟਨਾ ਹੋ ਜਾਵੇ ਤੇ ਤੁਹਾਨੂੰ ਨੀਂਦ ਨਹੀਂ ਆਵੇਗੀ ਰਾਤ ਨੂੰ। ਤੁਸੀਂ ਖਿਆਲ ਕਰਿਓ
ਐਡੀ ਛੇਤੀ ਅੰਦਰੋਂ ਨਿਕਲ ਨਹੀਂ ਜਾਂਦਾ ਹੈ ਮੋਹ। ਫਿਰ ਬੱਚਿਆਂ ਦਾ, ਪਰਿਵਾਰ ਦਾ ਬਹੁਤ ਗਹਿਰਾ ਹੁੰਦਾ ਹੈ। ਆਪਣੇ ਬੱਚਿਆਂ ਨਾਲੋਂ ਵੀ ਮਾਈਆਂ ਅਗਾਂਹ ਪੋਤੇ ਪੋਤੀਆਂ ਦੇ ਨਾਲ ਬਹੁਤ ਮੋਹ ਕਰਦੀਆਂ ਨੇ। ਕਹਾਵਤ ਵੀ ਹੈ ਨਾ ਵੀ ਮੂਲ ਨਾਲੋਂ ਵਿਆਜ ਪਿਆਰਾ। ਠੀਕ ਵੀ ਹੈ, ਆਦਮੀ ਮੂਲ ਭੁੱਲ ਜਾਂਦਾ ਹੈ, ਵਿਆਜ ਹੀ ਵਿਆਜ ਚੇਤੇ ਰਹਿੰਦਾ ਵੀ ਵਿਆਜ ਲੈਣਾ। ਤੇ ਮਾਈਆਂ ਦੇਖਦੀਆਂ ਹਨ ਵੀ ਹੁਣ ਪੁੱਤ ਮੁੰਡਾ ਤੇ ਮੇਰੇ ਵੱਲ ਮੂੰਹ ਕਰਦਾ ਨਹੀਂ ਹੈ, ਉਹ ਤੇ ਬਿਜੀ ਹੋ ਗਿਆ ਦੂਸਰੇ ਪਾਸੇ ਵੱਲ। ਚਲੋ ਹੋ ਸਕਦਾ ਹੈ ਵੀ ਪੋਤੇ ਦਾ ਮੇਰਾ ਹੋ ਜਾਵੇ ਪ੍ਰੇਮ, ਪੋਤਾ ਹੀ ਮੇਰੀ ਦੇਖ ਰੇਖ ਕਰੇ। ਤੇ ਪੋਤੇ ਪੋਤੀਆਂ ਨਾ, ਦੋਤੇ ਦੋਤੀਆਂ ਨਾ, ਤੇ ਮੋਹ ਬਹੁਤ ਗਹਿਰਾ ਹੈ। ਉਦੋਂ ਹੀ ਪਤਾ ਲੱਗਦਾ ਜਦੋਂ ਕੋਈ ਦੁਰਘਟਨਾ ਹੋ ਜਾਵੇ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਤਾ ਲੱਗਾ ਸੀ ਸਾਹਿਬਜ਼ਾਦੇ ਸ਼ਹੀਦ ਹੋ ਗਏ। ਤੁਸੀਂ ਸੋਚੋ, 4 ਫੇਰ ਇਕੱਠੇ ਹੀ ਨੌਜਵਾਨ ਪੁੱਤਰ। ਬਹੁਤ ਕਠਿਨ ਹੈ ਐਸਾ ਸਦਮਾ ਸਹਾਰਨਾ। ਕਈ ਤੇ ਮਾਤਾ ਪਿਤਾ ਪਾਗਲ ਹੋ ਜਾਂਦੇ ਹਨ, ਹੋਏ ਵੀ ਹਨ। ਇੱਕ ਮੈਨੂੰ ਘਟਨਾ ਯਾਦ ਹੈ ਬਹੁਤ ਪੁਰਾਣੀ। ਇੱਕ ਮਾਤਾ ਪਿਤਾ ਦੇ 2 ਪੁੱਤਰ ਸਨ, ਨੌਜਵਾਨ ਸਨ, ਹੋਣਹਾਰ ਸਨ, ਦੋਵੇਂ ਮਰ ਗਏ। 2 ਤੇ ਇੱਕਦਮ ਨਹੀਂ ਛੁੱਟ ਜਾਂਦਾ। ਇਹੋ ਹੀ ਕਹਿ ਰਹੇ ਹਨ ਨਾ ਦ੍ਰਿਸ਼ਟਾਂਤ ਦੇ ਕੇ ਭਗਤ ਜੀ ਵੀ ਜਿਵੇਂ ਮੱਛੀ ਦਾ ਪਾਣੀ ਦੇ ਨਾਲ, ਨੀਰ ਦੇ ਨਾਲ ਪ੍ਰੇਮ ਹੈ ਨਾ, ਕਿ ਟੁਕੜੇ ਟੁਕੜੇ ਹੋ ਜਾਵੇ ਤਾਂ ਵੀ ਨਹੀਂ ਭੁੱਲਦੀ। ਐਸਾ ਪ੍ਰੇਮ ਸੰਸਾਰ ਨਾਲੋਂ ਛਡਾਵੇਗਾ। ਗੁਰੂ ਦੇ ਨਾਲ ਐਸਾ ਹੋਇਆ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਤੇ ਬਾਹਰੀ ਜਿਹੜਾ ਹੈ, ਹੁਣ ਤੁਸੀਂ ਆਪ ਸੋਚੋ ਵੀ ਗਹਿਰਾ ਪ੍ਰੇਮ ਹੀ ਉਪਰੇ ਨੂੰ ਛਡਾਵੇਗਾ ਨਾ। ਸਰੀਰਿਕ ਪ੍ਰੇਮ ਜਿਹੜਾ ਹੈ ਮੋਹ ਕਹਿ ਲਈਏ ਜਾਂ ਮਾਨਸਿਕ ਹੈ, ਇਹਦੇ ਨਾਲੋਂ ਗਹਿਰਾ ਹੁੰਦਾ ਹੈ ਆਤਮਿਕ। ਫਿਰ ਸਰੀਰ ਜਦੋਂ ਨਾਸ਼ ਹੋ ਜਾਂਦਾ ਹੈ, ਮਿਟ ਜਾਂਦਾ ਹੈ, ਇਹੋ ਹੀ ਕਹਿ ਰਹੇ ਹਨ ਨਾ ਭਗਤ ਜੀ। ਫਿਰ ਆਤਮਿਕ ਪ੍ਰੇਮ ਤੇ ਨਹੀਂ ਟੁੱਟਦਾ, ਸਰੀਰਿਕ ਟੁੱਟ ਜਾਂਦਾ ਹੈ। ਮਾਨਸਿਕ ਵੀ ਟੁੱਟ ਰਿਹਾ ਹੈ, ਮਾਨਸਿਕ ਵੀ ਛੇਤੀ ਟੁੱਟ ਜਾਂਦਾ ਹੈ। ਵਿਚਾਰਾਂ ਦੇ ਤਲ ਤੇ ਹੁੰਦਾ ਹੈ, ਸੋਚ ਦੇ ਤਲ ਤੇ। ਕਈਆਂ ਦੀ ਯਾਦਦਾਸ਼ਤ ਭੁੱਲ ਜਾਵੇ ਤੇ ਤਾਂ ਵੀ ਭੁੱਲ ਜਾਂਦੇ ਹਨ ਆਪਣੇ। ਕੋਈ ਸੱਟ ਲੱਗ ਜਾਵੇ ਸਿਰ ਦੇ ਵਿੱਚ, ਸਿਮਰਤੀ ਜਾਂਦੀ ਲੱਗੇ ਤੇ ਭੁੱਲ ਹੀ ਜਾਂਦੇ ਹਨ, ਫਿਰ ਕਿੱਥੇ ਰਹਿ ਜਾਣਾ। ਤੇ ਜਿਹੜਾ ਬਾਹਰੀ ਹੈ ਮੋਹ, ਇਹ ਵੀ ਬਹੁਤ ਗਹਿਰਾ ਹੈ, ਐਡੀ ਛੇਤੀ ਟੁੱਟਦਾ ਨਹੀਂ ਹੈ। ਸਾਧਾਰਣਤਾ ਹੈ, ਬਹੁਤ ਕਠਿਨ ਹੁੰਦਾ ਹੈ। ਫਿਰ ਪੁਰਸ਼ ਨਾਲੋਂ ਇਸਤਰੀ ਦਾ ਹੋਰ ਵੀ ਗਹਿਰਾ ਹੁੰਦਾ ਹੈ ਮੋਹ ਮਮਤਾ। ਕਿਉਂਕਿ ਇਸਤਰੀ ਬੱਚਿਆਂ ਨੂੰ ਪੈਦਾ ਕਰਦੀ ਹੈ, ਪਾਲਦੀ ਹੈ, ਤੋ ਤੇ ਆਪਣੇ ਸਰੀਰ ਦਾ ਅੰਗ ਹੀ ਸਮਝਦੀ ਹੈ। ਉਹਨੂੰ ਹੋਰ ਜ਼ਿਆਦਾ ਗਹਿਰਾ ਹੁੰਦਾ ਹੈ ਬੰਦੇ ਨਾਲ। ਬੰਦਿਆਂ ਨੂੰ ਵੀ ਬਹੁਤ ਹੁੰਦਾ ਹੈ, ਪਰ ਇਸਤਰੀ ਦਾ ਹੋਰ ਵੀ ਗਹਿਰਾ ਹੁੰਦਾ ਹੈ। ਇਹੋ ਮੈਂ ਕਹਿੰਦਾ ਹੁੰਦਾ, ਆਦਮੀ 'ਚ ਜ਼ਿਆਦਾ ਅਹੰਕਾਰ ਹੁੰਦਾ ਹੈ। ਉਹ ਹਉ ਨੂੰ ਨਹੀਂ ਛੱਡ ਸਕਦਾ, ਮੈਂ ਨੂੰ ਨਹੀਂ ਛੱਡ ਸਕਦਾ। ਆਪਣਾ ਅਹੰ ਭਾਵ ਵੀ ਮੈਂ ਕੁਝ ਜਾਣਦਾ ਹਾਂ, ਮੈਨੂੰ ਪਤਾ ਹੈ, ਮੈਂ ਕੁਛ ਹਾਂ, ਝੁਕਦਾ ਨਹੀਂ ਹੈ ਛੇਤੀ। ਇਸਤਰੀ ਝੁਕ ਜਾਂਦੀ ਹੈ, ਪਰ ਇਸਤਰੀ ਨੂੰ ਮੋਹ ਮਮਤਾ ਬਹੁਤ ਹੁੰਦੀ। ਪਰ ਹੁੰਦੇ ਸਾਰੇ ਹੀ ਹਨ। ਆਊਗਾ ਕਿਸੇ 'ਚ ਵਾਸ਼ਨਾ ਜ਼ਿਆਦਾ ਹੁੰਦੀ ਹੈ, ਕਾਮਨਾ ਜ਼ਿਆਦਾ ਹੁੰਦੀ, ਤੇ ਫਿਰ ਵੱਧਦੇ ਘਟਦੇ ਵੀ ਰਹਿੰਦੇ ਹਨ। ਜਿਵੇਂ ਜਵਾਨੀ ਦੇ ਵਿੱਚ ਮੋਹ ਮਮਤਾ ਘੱਟ ਹੁੰਦੀ ਹੈ,
ਆਦਮੀ ਦੇ ਅੰਦਰ ਤ੍ਰਿਸ਼ਨਾ ਬਹੁਤ ਹੁੰਦੀ ਹੈ, ਵਾਸ਼ਨਾ ਬਹੁਤ ਹੁੰਦੀ ਹੈ, ਕਾਮਨਾ ਬਹੁਤ ਹੁੰਦੀ ਹੈ, ਕੁਛ ਪਾ ਲੈਣ ਦੀ ਇੱਛਾ, ਸੰਸਾਰ 'ਚ ਕੁਛ ਹੋ ਜਾਣ ਦੀ ਇੱਛਾ ਬੜੀ ਪ੍ਰਬਲ ਹੁੰਦੀ ਹੈ ਜਵਾਨੀ 'ਚ, ਕਿ ਮੈਂ ਕੁਛ ਬਣਾ ਲਵਾਂ। ਉਹ ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ, ਨਾ ਮਾਤਾ ਪਿਤਾ ਨੂੰ ਚੇਤੇ ਕਰਦਾ। ਕਈ ਦੇਖਿਆ ਨਾ, ਨੌਜਵਾਨ ਵਿਦੇਸ਼ਾਂ 'ਚ ਜਾਂਦੇ ਹਨ, ਟੈਲੀਫੋਨ ਹੀ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਰਾਤ ਦਿਨ ਹੁੰਦਾ ਹੈ ਵੀ ਕਮਾਈਆਂ ਕਰਕੇ ਬਣਾ ਲਈਏ, ਕੁਛ ਹਾਸਿਲ ਕਰ ਲਈਏ, ਅਤੇ ਲਾਈਫ ਬਾਰੇ ਸੋਚਦੇ ਹਨ, ਆਪਣੀ ਲਾਈਫ ਬਾਰੇ। ਫਿਰ ਜਿਵੇਂ ਜਿਵੇਂ ਆਦਮੀ ਬਿਰਧ ਹੋਣ ਲੱਗ ਜਾਂਦਾ ਹੈ, 50 ਤੋਂ ਉੱਪਰ ਟੱਪਣ ਲੱਗ, ਮੋਟਾਪਾ ਸ਼ੁਰੂ ਹੋ ਗਿਆ, ਫਿਰ ਧੀਰੇ ਧੀਰੇ ਮੋਹ ਵੀ ਵੱਧਦਾ। ਇੱਛਾ ਨਹੀਂ ਰਹੀ ਹੈ, ਹੁਣ ਪਾ ਕੇ ਵੀ ਕੀ ਕਰੂਗਾ। ਪਰ ਹੁਣ ਪਕੜਨਾ ਹੈ, ਜੋ ਪਾਇਆ ਹੋਇਆ ਹੈ ਉਹਨੂੰ ਪਕੜਨਾ ਹੈ, ਜੋ ਕਮਾਇਆ ਹੋਇਆ ਹੈ ਉਹਨੂੰ ਇਕੱਠਾ ਕਰਨਾ ਹੈ। ਇਸ ਕਰਕੇ ਲੋਭੀ ਹੋ ਜਾਂਦੇ ਹਨ ਬਜ਼ੁਰਗ, ਜ਼ਿਆਦੇ ਕੰਜੂਸ ਹੋ ਜਾਂਦੇ ਹਨ। ਤੇ ਜਿਹੜਾ ਬਾਹਰ ਪ੍ਰੇਮ ਵੀ ਇਕੱਤਰ ਕੀਤਾ ਹੈ, ਬੱਚੇ ਪਰਿਵਾਰ ਸੰਬੰਧੀ ਬਣਾਏ ਹਨ, ਉਹਨਾਂ ਨੂੰ ਵੀ ਬਣਾ ਕੇ ਰੱਖਣਾ ਹੈ। ਉਹਨਾਂ ਦੀ ਪਕੜ ਹੋ ਜਾਂਦੀ ਹੈ, ਮੋਹ ਹੋ ਜਾਂਦਾ, ਮਮਤਾ। ਕੋਈ ਰਿਸ਼ਤੇਦਾਰ ਛੁੱਟੇ ਨਾ, ਭੁੱਲੇ ਨਾ, ਜਾਵੇ ਨਾ ਸਾਡੇ ਤੋਂ ਦੂਰ, ਸਾਡਾ ਕੀ ਹੋਊਗਾ, ਬੁੱਢੇ ਬਾਰੇ ਛੱਡ ਕੇ ਚਲੇ ਗਏ ਸਾਰੇ। ਤਾਂ ਡਰਦਾ ਵੀ ਹੈ, ਸੁਭਾਵਿਕ, ਵੀ ਕੋਈ ਵੀ ਨਾ ਪੁੱਛੇ ਤੇ ਫਿਰ ਕੀ ਬਣੂਗਾ। ਤੇ ਆਦਮੀ ਡਰਦਾ ਵੀ ਹੈ ਨਾ, ਭੈਭੀਤ ਹੈ। ਮੇਰੇ ਇਕੱਲੇ ਦਾ ਥੋੜ੍ਹੇ ਦਿਨ ਹੋਏ, ਪਿੱਛੇ ਇੱਕ ਟੈਲੀਫੋਨ ਆਇਆ ਦਿੱਲੀ ਤੋਂ, ਉੱਥੇ ਇੱਕ ਬਜ਼ੁਰਗ ਹਨ, ਮੈਨੂੰ ਉੱਥੇ ਮਿਲਣ ਵੀ ਆਏ ਸਨ। ਉਹਨਾਂ ਨੂੰ ਕੜੀ ਚੌਲ ਵਾਲੇ ਬਾਬੇ ਕਹਿੰਦੇ ਹਨ, ਕਿਉਂਕਿ ਕੜੀ ਚੌਲ ਦਾ ਉੱਥੇ ਲੰਗਰ ਲਾਉਂਦੇ ਹਨ। ਅਤੇ ਉਹਨਾਂ ਦੀ ਪਤਨੀ ਨੂੰ ਚੜ੍ਹਾਈ ਕੀਤੀ, ਅਤੇ ਬਹੁਤ ਸਮਾਂ ਹੋ ਗਿਆ ਸਰੀਰ ਛੱਡੀ। ਅਤੇ ਹੁਣ ਮੈਨੂੰ ਥੋੜ੍ਹੇ ਦਿਨ ਹੋ ਗਏ ਟੈਲੀਫੋਨ ਆਇਆ ਸੀ, ਕਹਿੰਦਾ ਵੀ ਕੁਛ ਪ੍ਰੇਮੀ ਕਹਿੰਦੇ ਹਨ ਵੀ ਤੁਹਾਡੀ ਸ਼ਾਦੀ ਕਰ ਦਿੰਦੇ। 60 ਸਾਲ ਤੋਂ ਉਮਰ ਉੱਪਰ ਹੋ ਗਈ ਹੈ। ਕਹਿੰਦਾ ਮੈਂ ਬੜਾ ਬੇਚੈਨ ਹੈ, ਮੈਂ ਕੀ ਕਰਾਂ। ਦੇਖੋ ਕੀ ਕਰਾਂ, ਕਹਿੰਦਾ ਮੈਂ ਤੇ ਨਹੀਂ ਚਾਹੁੰਦਾ ਹਾਂ, ਪਰ ਲੋਕ ਕਹਿੰਦੇ ਹਨ। ਫਿਰ ਖਿਆਲ ਵਿੱਚ ਰੱਖਿਓ, ਲੋਕਾਂ ਦੀ ਵੀ ਆਪਾਂ ਗੱਲ ਤਾਂ ਹੀ ਸੁਣਦੇ ਹਾਂ ਅਗਰ ਚਾਹੁੰਦੇ ਹਾਂ, ਨਹੀਂ ਤੇ ਸੁਣਦਾ ਹੀ ਨਹੀਂ ਆਦਮੀ। ਕਹੇ ਤੂੰ ਕਿਉਂ ਬਕਵਾਸ ਕਰਦਾ ਫਾਲਤੂ, ਮੇਰੀ ਉਮਰ ਹੈ ਕੋਈ, ਹੁਣ ਅੱਗਾ ਨੇੜੇ ਆਇਆ, ਹੁਣ ਤੇ ਮੈਂ ਆਪਣਾ ਆਪ ਸਵਾਰ ਲਵਾਂ ਕਿ ਦੂਸਰੇ ਮੋਹ ਪਿਆਰ ਦੇ ਵਿੱਚ ਹੋਰ ਪਵਾਂ। ਸਮਾਂ ਬਹੁਤ ਥੋੜ੍ਹਾ ਰਹਿ ਗਿਆ ਆਪਣਾ ਜੀਵਨ ਸਵਾਰਨਾ। ਪਰ ਆਦਮੀ ਦੇ ਅੰਦਰੋਂ ਖਿਆਲ ਬਣ ਜਾਂਦਾ ਹੈ, ਬਣਾ ਦਿੰਦੇ ਲੋਕ। ਉਹ ਕਹਿੰਦੇ ਹਨ ਬੁੱਢੇ ਬਾਰੇ ਸਾਂਭੂਗਾ ਕੌਣ। ਫਿਰ ਪ੍ਰਮਾਣ ਦਿੰਦੇ ਹਨ ਵੀ ਫਲਾਨਾ ਬੰਦਾ ਇਕੱਲਾ ਸੀ, ਉਹ ਘਰ ਦੇ ਵਿੱਚ ਪਿਆ ਪਿਆ ਮਰ ਗਿਆ, ਕਿਸੇ ਨੇ ਦੇਖਿਆ ਨਹੀਂ। ਮੈਂ ਕਿਹਾ ਤਾਂ ਕੀ ਹੋ ਗਿਆ, ਨਾ ਦੇਖੂਗਾ, ਜਦੋਂ ਮਾਰੇ ਗਿਆ ਕੋਈ ਦੇਖੇ ਨਾ ਦੇਖੇ, ਕਿਆ ਲੈਣਾ ਦੇਣਾ। ਪਰ ਆਦਮੀ ਡਰਦਾ ਹੈ, ਫਿਰ ਉਸੇ ਮੋਹ ਦੇ ਜਾਲ ਦੇ ਵਿੱਚ ਪੈਂਦਾ ਹੈ। ਬਹੁਤ ਲੋਕ ਪੈਂਦੇ ਆ, ਐਡੀ ਛੇਤੀ ਛੁਟਕਾਰਾ ਨਹੀਂ ਹੁੰਦਾ ਹੈ ਸੰਸਾਰ ਦਾ। ਮੋਹ ਇਹੋ ਹੀ ਮਾਇਆ ਹੈ, ਮੋਹ ਮਮਤਾ, ਮਾਇਆ ਮਮਤਾ ਮੋਹਣੀ, ਬੜੀ ਮੋਹਣੀ, ਭਰਮਾਉਂਦੀ ਹੈ ਆਦਮੀ ਨੂੰ ਬਹੁਤ ਢੰਗ ਨਾਲ। ਆਦਮੀ ਖਿੱਚਿਆ ਤੁਰਿਆ ਜਾਂਦਾ, ਦੇਖ ਲਓ, ਸਮਝਦਾ ਵੀ ਹੈ ਫਿਰ ਵੀ। ਤੇ ਇਹ ਜਿਹੜੀ ਮਾਇਆ ਮਮਤਾ ਮੋਹਣੀ, ਇਹਦੇ ਚੋਂ ਪੂਰਨ ਪੁਰਖ ਹੀ ਕਢਾ ਸਕਦਾ ਹੈ ਤੁਹਾਨੂੰ, ਨਿਕਲ ਨਹੀਂ ਸਕਦਾ ਆਦਮੀ। ਫਿਰ ਉਹਦੇ ਨਾਲ ਵੀ ਪ੍ਰੀਤ ਹੋਵੇ, ਗਹਿਰੀ ਪ੍ਰੇਮ ਹੋਵੇ, ਤਾਂ ਜਿੰਨਾ ਗਹਿਰਾ ਹੋਵੇਗਾ ਉਨੀ ਹੀ ਸੰਭਾਵਨਾ ਨਿਕਲਣ ਦੀ ਹੋ ਸਕਦੀ ਹੈ। ਬਾਹਰ ਦੇ ਤਲ ਤੇ ਹੋਇਆ ਫਿਰ ਨਹੀਂ ਨਿਕਲ ਸਕਦਾ।
ਜਿੰਨਾ ਗਹਿਰਾ ਹੋਏ। ਫਿਰ ਗਹਿਰਾ ਆਪਣੇ ਆਪ ਨਹੀਂ ਤੁਸੀਂ ਕਰ ਸਕਦੇ। ਇਹ ਵੀ ਗੱਲ ਖਿਆਲ ਵਿੱਚ ਰੱਖਣ ਵਾਲੀ ਹੈ। ਐਸਾ ਨਹੀਂ ਵੀ ਤੁਸੀਂ ਸੋਚ ਸੋਚ ਕੇ ਪ੍ਰੇਮ ਨੂੰ ਗਹਿਰਾ ਕਰ ਸਕਦੇ ਹੋ, ਨਹੀਂ। ਇਹ ਗਹਿਰਾ ਹੋਵੇਗਾ ਜਿਵੇਂ ਜਿਵੇਂ ਤੁਸੀਂ ਸੁਣੋਗੇ, ਸਮਝੋਗੇ, ਆਪਣੇ ਜੀਵਨ 'ਚ ਢਾਲੋਗੇ। ਜਿਹਨੂੰ ਢਾਲੋਗੇ ਤੁਹਾਨੂੰ ਕੋਈ ਅਨੁਭਵ ਹੋਵੇਗਾ ਤੇ ਤੁਸੀਂ ਜਾਣੋਗੇ ਵੀ ਜੋ ਕਹਿ ਰਹੇ ਸਨ ਵੈਸਾ ਮੈਨੂੰ ਹੋ ਰਿਹਾ ਹੈ, ਗੱਲ ਉਹਨਾਂ ਦੀ ਠੀਕ ਹੈ। ਤੁਹਾਨੂੰ ਸੱਚਾਈ ਦਿਖਣ ਲੱਗ ਜਾਵੇਗੀ, ਫਿਰ ਗਹਿਰਾ ਹੋਵੇਗਾ। ਤੁਹਾਨੂੰ ਉਹਨਾਂ ਦੇ ਬਚਨਾਂ ਦੇ ਵਿੱਚ ਸੱਚਾਈ ਦਿਖਣ ਲੱਗ ਜਾਵੇਗੀ, ਸੱਚ ਦਿਖਣ ਲੱਗ ਜਾਵੇਗਾ ਉਹਨਾਂ ਦੇ ਉਪਦੇਸ਼ ਦੇ ਵਿੱਚ, ਤਾਂ ਗਹਿਰਾ ਹੋਵੇਗਾ। ਉੱਪਰੋਂ ਉੱਪਰੋਂ ਸੁਣਨ ਨਾਲ ਨਹੀਂ ਹੋਵੇਗਾ, ਬਾਹਰੋਂ ਬਾਹਰ ਸੁਣ ਲਿਆ, ਚਲੋ ਵਧੀਆ ਗੱਲਾਂ ਸੀ, ਯਾਦ ਕਰ ਲਈ, ਤੋ ਬਾਹਰ ਬਾਹਰ ਰਹਿ ਜਾਂਦੀਆਂ, ਯਾਦ ਕੀਤੀਆਂ ਹੋਈਆਂ ਵੀ ਭੁੱਲ ਜਾਂਦੀਆਂ। ਯਾਦ ਕੀਤਾ ਹੋਇਆ ਚਿੱਤ ਥੋੜ੍ਹੀ ਰਹਿੰਦਾ। ਤੁਸੀਂ ਕਿੰਨੀਆਂ ਸੁਣਦੇ ਹੋ ਰਿਕਾਰਡਿੰਗਾਂ, ਕਿੰਨੀਆਂ ਸੁਣੀਆਂ। ਕਈ ਪ੍ਰੇਮੀ ਬਹੁਤ ਸਮੇਂ ਦੀਆਂ ਸੁਣਦੇ ਆ, ਭੁੱਲ ਭੱਲ ਜਾਂਦੀਆਂ ਸਭ, ਕਿਉਂਕਿ ਓਪਰੀਆਂ ਓਪਰੀਆਂ ਭੁੱਲ ਹੀ ਜਾਣਗੀਆਂ। ਜੀਵਨ 'ਚ ਜਿੰਨਾ ਚਿਰ ਢਾਲੋਗੇ ਉਹਨਾਂ ਚਿਰ ਜੀਵਨ ਦਾ ਅੰਗ ਨਹੀਂ ਬਣਦਾ ਹੈ। ਉਪਦੇਸ਼ ਨੂੰ ਜੀਵਨ ਦਾ ਅੰਗ ਬਣਾਉਣਾ ਹੈ, ਖਿਆਲ ਵਿੱਚ ਰੱਖੋ। ਇਹ ਉੱਦਾਂ ਹੀ ਨਹੀਂ ਕਿਹਾ ਜਾ ਰਿਹਾ, ਯਾਦ ਕਰਨ ਵਾਸਤੇ ਨਹੀਂ, ਕੰਠ ਕਰਨ ਵਾਸਤੇ ਨਹੀਂ। ਇਹੋ ਤੇ ਮੈਂ ਕਹਿ ਰਿਹਾ ਵੀ ਜਿਵੇਂ ਧਾਰਮਿਕ ਲੋਕ ਪਾਠ ਕਰਦੇ ਹਨ, ਕੰਠ ਕਰ ਲੈਂਦੇ ਹਨ, ਇੱਦਾਂ ਕੰਠ ਥੋੜ੍ਹੇ ਕਰਨਾ, ਜੀਵਨ 'ਚ ਢਾਲਣਾ। ਤੇ ਜੀਵਨ 'ਚ ਢਾਲੋਗੇ ਤਾਂ ਤੁਸੀਂ ਜਾਣੋਗੇ ਵੀ ਜੋ ਕਿਹਾ ਜਾ ਰਿਹਾ ਹੈ ਵਾਸਤਵਿਕ ਦੇ ਵਿੱਚ ਸੱਚ ਹੈ, ਐਸਾ ਹੀ ਹੈ। ਤੇ ਇਹ ਜੋ ਭਗਤ ਜੀ ਕਹਿ ਰਹੇ ਹਨ ਨਾ ਵੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਣੀ, ਵੀ ਟੁਕੜੇ ਟੁਕੜੇ ਕਰਕੇ ਹਰਿਨ ਕਿਹੋ ਜਿਹਾ ਭੋਜਨ ਵੀ ਕਰ ਲਿਆ, ਮੱਛੀ ਨੂੰ ਪੇਟ ਦੇ ਵਿੱਚ ਵੀ ਪਚਾ ਵੀ ਲਿਆ, ਤਾਂ ਵੀ ਉਹ ਪਾਣੀ ਹੀ ਪਾਣੀ ਮੰਗਦੀ ਹੈ। ਭਾਵ ਕਿ ਪ੍ਰਾਣੀ ਦੇ ਨਾਲ ਪ੍ਰੀਤ। ਪਾਣੀ ਜੀਵਨ ਸੀ ਨਾ ਮੱਛੀ ਦਾ, ਖਿਆਲ ਵਿੱਚ ਰੱਖੋ। ਜਲ ਜੀਵਨ ਹੈ ਮੱਛੀ ਦਾ, ਤੇ ਆਪਣੇ ਜੀਵਨ ਨੂੰ ਕਿਵੇਂ ਵਿਸਰ ਸਕਦੀ ਹੈ, ਕਿਵੇਂ ਵਿਸਾਰ ਸਕਦੀ। ਇਵੇਂ ਹੀ ਤੁਹਾਡਾ ਜੀਵਨ ਹੈ ਪਰਮਾਤਮਾ, ਪਰ ਤੁਸੀਂ ਭੁੱਲੀ ਬੈਠੇ ਹੋ। ਦੇਖੋ ਕਮਾਲ ਦੀ ਗੱਲ ਹੀ ਹੈ ਨਾ, ਜਿਹਦੇ ਦੁਆਰਾ ਤੁਸੀਂ ਜੀ ਰਹੇ ਹੋ, ਸਾਹ ਲੈ ਰਹੇ ਹੋ, ਦੇਖ ਰਹੇ ਹੋ, ਸੁਣ ਰਹੇ ਹੋ, ਬੋਲ ਰਹੇ ਹੋ, ਜੀਵਨ ਚੱਲ ਰਿਹਾ ਹੈ, ਉਹਨੂੰ ਭੁਲਾਏ ਬੈਠੇ। ਉਹਦੇ ਤੋਂ ਹੀ ਜੀਵਨ ਚੱਲ ਰਿਹਾ ਹੈ। ਤੇ ਉਹਨੂੰ ਭੁਲਾ ਦਿੱਤਾ ਹੈ। ਜਿਹੜਾ ਬਾਹਰ ਮਿਰਤ ਮੰਡਲ ਸੀ ਨਾ ਸੰਸਾਰ, ਉਹਦੇ ਨਾਲ ਚਿੱਤ ਲੱਗ ਗਿਆ ਹੈ। ਉਹਦੇ ਬਾਰੇ ਤੁਸੀਂ ਸੋਚ ਰਹੇ ਹੋ ਜੋ ਮਰ ਰਿਹਾ ਹੈ। ਇਸ ਕਰਕੇ ਤੁਹਾਡਾ ਜੀਵਨ ਵੀ ਜਿਹੜਾ ਹੈ ਨਾ, ਉਹ ਵੀ ਵਾਸਤਵਿਕ ਦੇ ਵਿੱਚ ਜੀਵਨ ਨਹੀਂ ਹੈ, ਕਿਉਂਕਿ ਮਰੇ ਹੋਏ ਦੇ ਨਾਲ ਤੁਸੀਂ ਜੀ ਰਹੇ ਹੋ। ਇਹੋ ਹੀ ਪੁੱਛਿਆ ਸੀ ਨਾ ਬਾਬੇ ਨਾਨਕ ਨੂੰ ਕਿਸੇ ਨੇ ਵੀ ਸੱਚ ਕੀ ਹੈ, ਜੀਵਨ ਕੇ ਮੌਤ। ਤੇ ਬਾਬੇ ਨੇ ਕਿਹਾ ਸੀ ਜੀਣਾ ਝੂਠ ਤੇ ਮਰਨਾ ਸੱਚ। ਗੱਲ ਧਾਰਮਿਕ ਲੋਕਾਂ ਦੇ ਵੀ ਸਮਝ ਵਿੱਚ ਨਹੀਂ ਆਉਂਦੀ। ਉਹ ਇਹ ਕਹਿ ਰਹੇ ਹਨ ਵੀ ਤੁਹਾਡਾ ਜੀਵਨ ਝੂਠ ਹੈ, ਕਿਉਂਕਿ ਝੂਠ ਦੇ ਨਾਲ ਤੁਸੀਂ ਜੀ ਰਹੇ ਹੋ, ਇਸ ਕਰਕੇ ਮਰੋਗੇ। ਤੇ ਮਰਨਾ ਸੱਚ ਹੈ, ਕਿਉਂਕਿ ਅਗਰ ਤੁਸੀਂ ਮਰ ਜਾਓ ਨਾ ਹੁਣੇ ਹੀ ਜੀਂਦੇ ਜੀ,
ਤੇ ਤੁਸੀਂ ਸੱਚ ਹੋ ਜਾਓਗੇ। ਜੀਵਤ ਮਰੀਏ ਭਉ ਜਲ ਤਰੀਏ ਤਉ ਫਿਰ ਮਰਨ ਨਾ ਹੋ। ਜੀਂਦੇ ਜੀ ਮਰਨ ਦੀ ਕਲਾ ਗੁਰੂ ਦੱਸਦੇ ਹਨ। ਇਹੋ ਹੀ ਅੱਜ ਇੱਕ ਗੁਰਮੁਖ ਪਿਆਰੇ ਦਾ ਟੈਲੀਫੋਨ ਆਇਆ ਸੀ, ਪੁੱਛ ਰਿਹਾ ਸੀ ਕਿ ਮਰਨ ਵੇਲੇ ਕੀ ਹੁੰਦਾ ਹੈ। ਆਦਮੀ ਜਦੋਂ ਮਰਦਾ ਹੋਵੇਗਾ ਫਿਰ ਕੀ ਦੇਖਦਾ ਹੋਵੇਗਾ, ਕੀ ਹੁੰਦਾ ਹੋਵੇਗਾ। ਮੈਂ ਕਿਹਾ ਵੀ ਇਹ ਤੇ ਹੁਣ ਮਰ ਕੇ ਹੀ ਪਤਾ ਲੱਗ ਸਕਦਾ ਹੈ। ਦਰਅਸਲ ਜਿਹੜੇ ਮੌਤ ਤੋਂ ਪਾਰ ਨਿਕਲ ਚੁੱਕੇ ਹਨ, ਜਿਹੜੇ ਮਰ ਗਏ ਹਨ ਜੀਂਦੇ ਜੀ, ਉਹਨਾਂ ਵਾਸਤੇ ਤੇ ਮੌਤ ਹੈ ਨਹੀਂ। ਉਹ ਤੇ ਹੁਣ ਕੀ ਦੱਸਣ, ਉਹ ਤੇ ਦੱਸਦੇ ਹਨ ਵੀ ਤੁਸੀਂ ਝੂਠੀਆਂ ਗੱਲਾਂ ਕਰਦੇ ਹੋ, ਮਰਦਾ ਹੀ ਕੋਈ ਨਹੀਂ। ਆਵਨ ਜਾਵਨ ਇੱਕ ਖੇਲ ਬਣਾਇਆ ਵੀ ਇਹ ਤੇ ਖੇਲ ਹੈ, ਪਰ ਤੁਹਾਡੇ ਤਲ ਤੇ ਮੌਤ ਹੋ ਰਹੀ ਹੈ ਨਾ। ਤੁਸੀਂ ਦੇਖ ਰਹੇ ਹੋ ਨਾ, ਮਰ ਰਹੇ ਹਨ ਲੋਕ। ਤੁਸੀਂ ਵੀ ਮਰੋਗੇ ਸਰੀਰਕ ਤਲ ਤੇ ਤੁਸੀਂ ਸੋਚਦੇ ਹੋ ਵੀ ਜਦੋਂ ਮਰਦਾ ਹੋਵੇਗਾ ਬੰਦਾ ਕੀ ਹੁੰਦਾ ਹੋਵੇਗਾ। ਅਲੱਗ-ਅਲੱਗ ਮੌਤ ਹੁੰਦੀ ਹੈ ਸਾਰਿਆਂ ਦੀ। ਜਿਵੇਂ ਜੀਂਦਾ ਅਲੱਗ-ਅਲੱਗ ਹੈ ਆਦਮੀ, ਅਲੱਗ-ਅਲੱਗ ਢੰਗ ਨਾਲ ਸੋਚਦਾ ਹੈ, ਅਲੱਗ-ਅਲੱਗ ਢੰਗ ਨਾਲ ਜੁੜਿਆ ਹੋਇਆ। ਇਹਦਾ ਮੌਤ ਵੀ ਅਲੱਗ-ਅਲੱਗ ਢੰਗ ਨਾਲ ਹੁੰਦੀ। ਹਰ ਇੱਕ ਦੀ ਵੱਖ ਹੁੰਦੀ ਹੈ। ਕਈ ਸੁੱਤੇ ਸੁੱਤੇ ਮਰ ਜਾਂਦੇ ਹਨ, ਕਈ ਬੇਹੋਸ਼ੀ 'ਚ ਮਰ ਜਾਂਦੇ ਹਨ, ਕਈਆਂ ਦਾ ਬਹੁਤ ਜ਼ਿਆਦਾ ਮੋਹ ਪਿਆਰ ਹੁੰਦਾ ਹੈ, ਉਹ ਤੜਫਦੇ ਮਰਦੇ ਹਨ। ਹਰ ਇੱਕ ਦੀ ਵੱਖ ਹੈ। ਫਿਰ ਬਾਹਰੋਂ ਦੇਖ ਕੇ ਤੁਸੀਂ ਹਿਸਾਬ ਨਹੀਂ ਲਾ ਸਕਦੇ ਵੀ ਮੌਤ ਠੀਕ ਹੈ ਕਿ ਗਲਤ ਹੈ, ਕਿਉਂਕਿ ਤੁਸੀਂ ਬਾਹਰੋਂ ਉਹਨੂੰ ਕਿਵੇਂ ਦੇਖ ਕੇ ਜੱਜਮੈਂਟ ਕਰ ਸਕਦੇ ਹੋ ਵੀ ਉਹਦੇ ਅੰਦਰ ਕੀ ਚੱਲ ਰਿਹਾ ਹੈ। ਹਰ ਇੱਕ ਦੀ ਵੱਖ ਹੁੰਦੀ ਹੈ। ਪਰ ਮੈਂ ਕਹਿੰਦਾ ਹਾਂ, ਉਹਨੂੰ ਵੀ ਕਿਹਾ ਹੈ ਵੀ ਤੂੰ ਮੌਤ ਬਾਰੇ ਪੁੱਛਦਾ ਹੀ ਕਿਉਂ ਹੈ। ਤੇਰਾ ਜਦੋਂ ਮਰਨ ਦਾ ਖਿਆਲ ਗਹਿਰਾ ਹੋ ਗਿਆ, ਤੂੰ ਜਦੋਂ ਮਰਨਾ ਚਾਹਵੇਂਗਾ, ਤੂੰ ਅਗਰ ਮਰਨਾ ਚਾਹੁੰਦਾ ਹੈ ਤੇ ਇੱਧਰ ਆ ਜਾ, ਤੈਨੂੰ ਮਰਨ ਦੀ ਕਲਾ ਅਸੀਂ ਸਿਖਾਉਂਦੇ। ਐਸੀ ਮਰਨ ਦੀ ਕਲਾ, ਬਾਹਰ ਨਾ ਮਰਨਾ ਹੋ, ਦੁਬਾਰਾ ਮਰਨਾ ਨਾ ਹੋ। ਫਿਰ ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਲੋਕ ਡਰਦੇ ਹਨ ਮੌਤ ਤੋਂ, ਪਰ ਜਿਹੜਾ ਜੀਂਦੇ ਜੀ ਮਰ ਜਾਂਦਾ ਹੈ ਨਾ, ਉਹਦਾ ਭੈ ਹੀ ਖਤਮ ਹੋ ਜਾਂਦਾ। ਉਹਨੂੰ ਹੀ ਭਗਤ ਕਹਿੰਦੇ ਹਨ, ਜਿਹਦਾ ਭੈ ਗਤ, ਭੈ ਸਮਾਪਤ ਹੋ ਗਿਆ। ਮਰਨਾ ਹੀ ਨਹੀਂ, ਮਰਨਾ ਸੀ ਜਿੰਨੇ, ਉਹ ਪਹਿਲਾਂ ਹੀ ਮਰ ਗਿਆ। ਜਿੰਨੇ ਮਰਨਾ ਸੀ ਉਹ ਪਹਿਲਾਂ ਹੀ ਮਰ ਗਿਆ। ਇਹੋ ਕਹਿ ਰਹੇ ਸਨ ਪਿੱਛੇ ਰਵਿਦਾਸ, ਜਬ ਹਮ ਹੋਤੇ ਤਬ ਤੂੰ ਨਾ, ਅਬ ਤੂੰ ਹੀ ਮੈਂ ਨਾ। ਹੁਣ ਮੈਂ ਹੈ ਹੀ ਨਹੀਂ, ਰਵਿਦਾਸ ਹੈ ਹੀ ਨਹੀਂ, ਤੇ ਮਰੂਗਾ ਕੌਣ। ਜੀਵਤ ਮਰੀਏ ਭਉ ਜਲ ਤਰੀਏ ਤਉ ਫਿਰ ਮਰਨ ਨਾ ਹੋਈ। ਫਿਰ ਮਰਨਾ ਨਹੀਂ ਹੁੰਦਾ ਹੈ। ਜਿਹਦੀ ਵੀ ਮਰਨ ਦੀ ਤਿਆਰੀ ਹੋਈ ਨਾ, ਜਦੋਂ ਤਿਆਰ ਹੋ ਗਿਆ ਮਰਨ, ਤੁਸੀਂ ਤਿਆਰ ਹੋ ਗਏ ਮਰਨ, ਉਦੋਂ ਹੀ ਆ ਜਿਓ, ਮਰਨ ਦੀ ਕਲਾ ਸਿਖਾ ਦਾਂਗੇ। ਦਰਅਸਲ ਮਰਨ ਦੀ ਕਲਾ ਹੀ ਸਿੱਖਣੀ ਹੈ, ਜੀਂਦੇ ਜੀ ਮਰਨ ਦੀ ਕਲਾ। ਐਸੀ ਮਰਨੀ ਜੋ ਮਰੇ ਫਿਰ ਬਹੁਰ ਨਾ ਮਰਨਾ ਹੋਏ। ਆਹ ਐਸੀ ਕਲਾ ਜਿਹੜਾ ਸਿੱਖ ਜਾਂਦਾ ਹੈ ਨਾ ਜੀਂਦੇ ਜੀ ਮਰਨ ਦੀ, ਉਹਦਾ ਫਿਰ ਮਰਨਾ ਤੇ ਹੁੰਦਾ ਹੀ ਨਹੀਂ। ਉਹ ਜਾਣਦਾ ਮੌਤ ਤੇ ਹੁੰਦੀ ਨਹੀਂ, ਘਟਦੀ ਹੀ ਨਹੀਂ। ਜਿਹਦੀ ਮੌਤ ਹੁੰਦੀ ਉਹ ਮੈਂ ਨਹੀਂ ਹਾਂ, ਮੇਰੀ ਤੇ ਹੋਣੀ ਨਹੀਂ। ਉਹ ਸੱਚ ਦੇ ਨਾਲ ਜੁੜ ਜਾਂਦਾ ਹੈ। ਝੂਠ ਦੀ ਮੌਤ ਹੁੰਦੀ ਹੈ, ਸਰੀਰ ਦੀ ਮੌਤ ਹੁੰਦੀ ਹੈ। ਸਰੀਰ ਮਾਰ ਹੀ ਰਿਹਾ ਹੈ, ਹਰ ਪਲ ਜਾ ਹੀ ਰਿਹਾ ਹੈ ਮੌਤ ਵੱਲ, ਦੇਖ ਹੀ ਰਿਹਾ ਹੈ। ਤੋ ਜਾਣਦਾ ਹੈ ਮੈਂ ਸਰੀਰ ਨਹੀਂ ਹਾਂ। ਤੇ ਜਿਹੜਾ ਆਪਣੇ ਮੈਂ ਦਾ ਸੰਬੰਧ ਤੋੜ ਦਿੰਦਾ ਹੈ ਹਰ ਪੱਖ ਤੋਂ, ਸੰਸਾਰ ਨਾਲ, ਝੂਠ ਨਾਲ, ਅਸੱਤ ਨਾਲ। ਅਸੱਤ ਹੀ ਮਰਦਾ ਹੈ, ਅਸੱਤ ਨਾਲ ਜੁੜ ਕੇ ਹੀ ਆਦਮੀ ਮਰਦਾ। ਮਰਿਆ ਹੀ ਹੋਇਆ ਜਿਹੜਾ ਅਸੱਤ ਨਾਲ ਜੁੜਿਆ ਹੈ। ਝੂਠ ਨਾਲ ਜੁੜ ਕੇ ਜਿਹੜਾ ਜੀ ਰਿਹਾ ਉਹ ਤਾਂ ਜੀਵਨ ਥੋੜ੍ਹੀ ਹੈ। ਇਹਨੂੰ ਹੀ ਤੇ ਮੁਰਦਾ ਕਿਹਾ ਹੈ।
ਮੁਰਦੇ ਲੋਕ ਤੁਰੇ ਫਿਰਦੇ ਹਨ। ਜੀਵਨ ਨਹੀਂ ਹੈ, ਜੀਵਨ ਝੂਠ ਹੈ ਤੁਹਾਡਾ, ਝੂਠ ਦੇ ਨਾਲ ਜੀ ਰਹੇ। ਤੇ ਜਦੋਂ ਮਰਨ ਦੀ ਤਿਆਰੀ ਹੋ ਗਈ ਤੁਹਾਡੀ, ਜਦੋਂ ਤੁਸੀਂ ਪੂਰੇ ਹੀ ਮਰਨ ਨੂੰ ਤਿਆਰ ਹੋ ਗਏ, ਪਹਿਲਾ ਮਰਨ ਕਬੂਲ, ਇਹ ਕਿਹਾ ਹੈ ਜੀਵਨ ਕੀ ਛੱਡਿਆ। ਜਦੋਂ ਕਬੂਲ ਲਿਆ ਤੁਸੀਂ ਮਰਨਾ ਹੈ, ਹੁਣ ਵੀ ਤਿਆਰੀ ਕਰ ਲਈ, ਹੁਣ ਨਹੀਂ ਰਹਿਣਾ ਸੰਸਾਰ 'ਚ। ਇਹੋ ਹੀ ਤਿਆਰੀ ਚੱਲ ਰਹੀ ਹੈ, ਰੋਜ਼ ਜੋ ਬੋਲਿਆ ਜਾ ਰਿਹਾ ਹੈ ਵੀ ਤੁਸੀਂ ਤਿਆਰ ਹੋ ਕਿਸੇ ਦਿਨ ਮਰਨ ਵਾਸਤੇ। ਜਿਵੇਂ 5 ਪਿਆਰੇ ਤਿਆਰ ਹੋਏ ਸੀ, ਕਾਫੀ ਸਮੇਂ ਸੁਣਿਆ ਹੋਊਗਾ ਗੁਰੂ ਨੂੰ ਤਾਂ ਹੀ ਤਿਆਰ ਹੋਏ ਨਾ, ਇੱਕਦਮ ਥੋੜ੍ਹੀ ਹੋ ਗਈ। ਬਹੁਤ ਸਮਾਂ ਕੋਲ ਰਹੇ, ਸੁਣਦੇ ਰਹੇ, ਸਮਝਦੇ ਰਹੇ, ਗਹਿਰੇ ਪ੍ਰੇਮ ਦੇ ਵਿੱਚ ਪੈ ਗਏ, ਫਿਰ ਮਰਨਾ ਕਬੂਲ ਕਰ ਲਿਆ। ਜਦੋਂ ਮਰਨਾ ਕਬੂਲ ਕਰ ਲਿਆ, ਫਿਰ ਮੌਤ ਨਹੀਂ ਆਈ, ਫਿਰ ਜੀਵਨ ਆਇਆ, ਸੱਚਾ ਜੀਵਨ। ਦੇਖੋ, ਜਦੋਂ ਤੁਸੀਂ ਪੂਰਾ ਹੀ ਮਰਨਾ ਕਬੂਲ ਕਰ ਲਵੋਗੇ, ਜੀਂਦੇ ਜੀ, ਫਿਰ ਵਾਸਤਵਿਕ ਦੇ ਵਿੱਚ ਜੀਵਨ, ਫਿਰ ਸੱਤ ਦੇ ਨਾਲ ਜੀਵਨ ਹੁੰਦਾ। ਉਹਨੂੰ ਹੀ ਸੱਤਵਾਦੀ ਕਿਹਾ ਹੈ, ਸੱਤ ਦੇ ਨਾਲ ਰਹਿੰਦਾ ਹੈ। ਤੇ ਝੂਠ ਦੇ ਨਾਲ ਤੇ ਤੁਸੀਂ ਮਰ ਹੀ ਰਹੇ ਹੋ। ਤੇ ਮਰੋਗੇ ਹੀ, ਮੌਤ ਤੇ ਆ ਹੀ ਰਹੀ ਹੈ, ਸਰੀਰਕ ਦੇ ਤਲ ਤੇ ਮਰੋਗੇ। ਤੇ ਜਿਹੜੇ ਤੁਹਾਡੇ ਆਲੇ ਦੁਆਲੇ ਹਨ, ਇਹ ਵੀ ਸਾਰੇ ਵਿਛੜਨਗੇ, ਇਹਨਾਂ ਨਾਲ ਵੀ ਟੁੱਟੇਗਾ ਹੀ ਸੰਬੰਧ। ਤੇ ਜਿੰਦੇ ਜੀ ਤੋੜ ਦੋ, ਨਿਸ਼ਚਿੰਤ ਹੋ ਜਾਓਗੇ। ਤੋੜਨਾ ਕਠਿਨ ਹੈ ਪਰ ਟੁੱਟ ਸਕਦਾ ਹੈ। ਤੇ ਜੀਵਤ ਮਰੀਏ, ਪਾਓ ਜਲ ਤਰੀਏ। ਆਹੋ ਤੁਹਾਨੂੰ ਮਰਨ ਦੀ ਕਲਾ ਸਿਖਾਈਏ। ਜਦੋਂ ਤੁਸੀਂ ਮਰਨ ਨੂੰ ਤਿਆਰ ਹੋ ਕੇ ਨਾ ਪੂਰੇ, ਉਦੋਂ ਆ ਜਿਓ। ਫਿਰ ਐਸੀ ਕਲਾ ਮਰਨ ਦੀ, ਜੀਵਤ ਮਰੀਏ, ਪਾਓ ਜਲ ਤਰੀ। ਤਾਂ ਫਿਰ ਮਰਨ ਨਾ, ਫਿਰ ਤੁਸੀਂ ਜਾਣੋਗੇ ਮਰਨਾ ਨਹੀਂ ਹੁੰਦਾ। ਜਿਹੜਾ ਮਰਦਾ ਹੈ ਉਹਦੇ ਨਾਲੋਂ ਸੰਬੰਧ ਤੋੜ ਲੈਣਾ ਹੈ। ਸੰਸਾਰ ਮਰਦਾ ਹੈ, ਮਾਰੀ ਰਿਹਾ ਹੈ ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨ ਸੇ ਨੀਤ। ਲਗਾਤਾਰ ਮਰ ਰਿਹਾ, ਰੋਜ਼ ਹੀ ਮਰ ਰਿਹਾ ਹੈ। ਤੇ ਮਰਤਕ ਦੇ ਨਾਲ ਸੰਬੰਧ ਜੋੜ ਲੈਣਾ ਹੀ ਮੋਹ ਹੈ। ਵੇਖ ਲਓ, ਪਤਾ ਵੀ ਹੈ ਵੀ ਮਰ ਰਿਹਾ ਹੈ, ਇੰਨਾ ਵੀ ਪਤਾ ਹੈ ਵੀ ਇਹ ਮੋਹ ਹੈ, ਛੱਡਣੇ ਹਨ ਸਾਰੇ ਆਪਾਂ, ਛੁੱਟੀ ਜਾਣੇ। ਫਿਰ ਵੀ ਆਦਮੀ ਦੀ ਸੋਚ, ਖਿਆਲ ਛੁੱਟਦਾ ਨਹੀਂ ਹੈ ਛੇਤੀ। ਕਿੰਨੀ ਪਕੜ ਹੈ ਦੇਖੋ। ਬਹੁਤਿਆਂ ਨੂੰ ਤਾਂ ਪਤਾ ਲੱਗ ਹੀ ਰਿਹਾ ਹੈ ਨਾ, ਸੁਣ ਸੁਣ ਕੇ ਵੀ ਝੂਠੇ ਸੰਬੰਧ ਹਨ, ਵੀ ਛੱਡਣੇ ਹੀ ਹਨ, ਛੁੱਟੀ ਜਾਣੇ। ਫਿਰ ਵੀ ਨਹੀਂ, ਵੇਖੋ ਪਕੜ ਕਿੰਨੀ ਛੁੱਟਦੀ, ਪਰ ਛੁੱਟ ਸਕਦੀ ਹੈ ਅਗਰ ਗਹਿਰਾ ਪ੍ਰੇਮ ਹੋਵੇ। ਜਿਹੜੇ ਪ੍ਰੇਮ ਦੀ ਗੱਲ ਕੀਤੀ ਹੈ ਨਾ, ਮੱਛੀ ਦਾ ਨੀਰ ਦੇ ਨਾਲ, ਇੱਦਾਂ ਹੀ ਤੁਹਾਡਾ ਜਦੋਂ ਹੋ ਗਿਆ ਗਹਿਰਾ ਪ੍ਰੇਮ, ਗਹਿਰੇ ਪ੍ਰੇਮ ਦੇ ਨਾਲ ਹੀ ਮੋਹ ਟੁੱਟਦਾ। ਤੇ ਪ੍ਰੇਮ ਹੋਵੇਗਾ ਜਿੰਨਾ ਤੁਸੀਂ ਗਹਿਰਾਈ ਨਾਲ ਸੁਣੋਗੇ, ਸਮਝੋਗੇ, ਅਮਲ ਕਰੋਗੇ, ਤੇ ਆਪਣੇ ਆਪ ਹੋਵੇਗਾ। ਉੱਪਰੋਂ ਉੱਪਰੋਂ ਕਹਿਣ ਦਾ ਨਹੀਂ ਹੋਣਾ ਹੈ, ਅਨੁਭਵ ਦੁਆਰਾ ਹੋਵੇਗਾ। ਤੁਸੀਂ ਜਾਣੋਗੇ ਜੋ ਕਹਿ ਰਹੇ ਹਨ ਉਹ ਸੱਤ ਹੈ। ਸੱਤ ਬਚਨ ਸਾਧੂ ਉਪਦੇਸ਼, ਸੱਤ ਹੈ। ਜਿਹਨੂੰ ਸੱਤ ਜਾਣ ਲਿਆ ਤੁਸੀਂ, ਫਿਰ ਸੱਤ ਦੇ ਨਾਲ ਪ੍ਰੇਮ ਹੁੰਦਾ, ਸੱਤਵਾਦੀ ਦੇ ਨਾਲ ਪ੍ਰੇਮ ਹੁੰਦਾ, ਫਿਰ ਸਤ ਸੰਗ ਹੁੰਦਾ ਹੈ। ਵਾਸਤਵਿਕ ਦੇ ਵਿੱਚ ਜਿਹਨੂੰ ਸਤ ਸੰਗ ਕਿਹਾ ਹੈ, ਸੱਤ ਦੇ ਨਾਲ ਸੰਗ, ਪਹਿਲਾਂ ਸੱਤਵਾਦੀ ਦੇ ਨਾਲ ਸੰਗ। ਤੇ ਸਦਾ ਅੰਗ ਸੰਗੀ ਅਪੰਗੰਗ ਪਪੂਤੇ,
ਫਿਰ ਸਦਾ ਹੀ ਅੰਗ ਸੰਗ। ਉਹ ਹੈ ਵਾਸਤਵਿਕ ਦੇ ਵਿੱਚ ਪ੍ਰੇਮ।